सच नानक होसी भी सच। जैसी मैं आवे खसम की बाणी तैसड़ा करी ज्ञान विलालो। पाप की जंज लै काबलों थाया जोरी मंगै दान विलालो। सतनाम श्री वाहिगुरु जी। हों भई उड़ीणी कंत को अमाली सो फिर कद नैणी देखा। सब रस भोगन विसरे बिन फिर कितै ना लेखा। हों भई उड़ीणी कंत को अमाली सो फिर कद नैणी देखा। सब रस भोगन विसरे बिन फिर कितै ना लेखा। इहो कापड़ तन ना सुखावई कर ना सको हों वेसा। जिनी सखी लाल राव्या प्यारा तिन आगे हम आदेसा। मैं सब सिंगार बनाया अमाली बिन फिर काम न आए। जा सह बात न पुछिया अमाली तां बिरथा जोवन सब जाए। धन धन ते सुहागणी अमाली जिन सो रहा समाए। हों वारिया तिन सुहागणी अमाली तिनके धोवां सद पाए। जिचर दूजा परम सा अमाली तिचर मैं जानिया प्रभ दूरे। जा मिलिया पूरा सतगुरु अमाली तां आसा मनसा सब दूरे। मैं सर्ब सुखा सुख पाया अमाली बिर सर्ब रहा पर पूरे। जन नानक हर रंग माणिया अमाली गुर सतगुर कै लग पैरे। मैं सर्ब सुखा सुख पाया अमाली फिर सर्ब रहा पर पूरे। जन नानक हर रंग माणिया अमाली गुर सतगुर कै लग पैरे। वाहिगुरु जी का खालसा वाहिगुरु जी की फतेह। परम सन्मान जो गुरु की साजी नवाजी गुरु खालसा साध संगत जियो। जिनके भाग बड़े हैं भाई तिन साधु संग मुख जुरे। महावाक अनुसार आप जी अत्यंत बड़भागे हो जो कि सतगुरु श्री गुरु ग्रंथ साहब जी महाराज दे पावन पवित्र चरण कमलों च हाजरियां भर के अमृतमयी गुरबाणी का लाहा प्राप्त कर रहे हो। ਵੱਡੇ ਭਾਗਾਂ ਵਾਲੇ ਹੋ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਵਡਹੰਸ ਰਾਗ ਵਿੱਚ ਇਹ ਪਵਿੱਤਰ ਪਾਵਨ ਸ਼ਬਦ ਉਚਾਰਨ ਕੀਤੇ ਹਨ ਜਿਹਦੇ ਵਿੱਚ ਵਾਹਿਗੁਰੂ ਨੂੰ ਮਿਲਣ ਦੀ ਤੀਬਰ ਇੱਛਾ ਜ਼ਾਹਰ ਕੀਤੀ ਹੈ। ਜੇ ਵਾਹਿਗੁਰੂ ਨੂੰ ਮਿਲਣ ਦੀ ਮਨ ਵਿੱਚ ਲਗਨ ਹੋ ਜਾਵੇ ਤਾਂ ਫਿਰ ਇਸ ਮਨੁੱਖਾ ਜੀਵਨ ਦਾ ਲਾਹਾ ਸਮਝੋ ਪ੍ਰਾਪਤ ਹੋ ਗਿਆ। ਜਿਸ ਬੰਦੇ ਨੂੰ ਵਾਹਿਗੁਰੂ ਦੇ ਮਿਲਣ ਦੀ ਇੱਛਾ ਨਹੀਂ ਜਾਗੀ ਉਹਦਾ ਇਸ ਸੰਸਾਰ ਦੇ ਵਿੱਚ ਆਉਣਾ ਨਿਸਫਲ ਹੈ। ਜੇ ਅਸੀਂ ਵਿਚਾਰ ਕਰਕੇ ਦੇਖਦੇ ਹਾਂ ਆਪਣੀ ਲਾਈਫ ਬਾਰੇ ਸਾਡੀ ਜ਼ਿੰਦਗੀ ਤਾਂ ਐਵੇਂ ਹੀ ਲੰਘ ਜਾ ਰਹੀ ਹੈ ਬੀਤਦੀ ਜਾ ਰਹੀ ਹੈ। ਬੀਤ ਜੈ ਹੈ ਜਨਮ ਅਕਾਜ ਰੇ। ਅੱਗਾ ਨੇੜੇ ਆਇਆ ਪਿੱਛਾ ਰਿਹਾ ਦੂਰ ਪਰ ਅਜੇ ਤੱਕ ਅਜੈ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ ਵਾਲੀ ਗੱਲ ਬਣੀ ਹੋਈ ਹੈ। ਭਾਈ ਸਾਹਿਬ ਨੰਦ ਲਾਲ ਜੀ ਨੇ ਲਿਖਿਆ ਹੈ ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ ਵਗਰਨਾ ਜੋ ਕੇ ਚੁਨੀ ਆਮਦਨ ਨਬੂਦ ਮਰਾ। ਇਹਦਾ ਮਤਲਬ ਇਹ ਹੈ ਕਿ ਜ਼ਿੰਦਗੀ ਮੈਨੂੰ ਮਿਲੀ ਹੈ ਬੰਦਗੀ ਵਾਸਤੇ। ਹਵਾਏ ਬੰਦਗੀ ਕਿ ਬੰਦਗੀ ਦੀ ਹਵਾਏ ਮੈਨੇ ਇੱਛਾ ਬੰਦਗੀ ਦੀ ਇੱਛਾ ਮੈਨੂੰ ਇਸ ਵਜੂਦ ਵਿੱਚ ਲਿਆਈ ਸੀ। ਮੈਂ ਇਸ ਸੰਸਾਰ ਵਿੱਚ ਬੰਦਗੀ ਕਰਨ ਲਈ ਆਇਆ ਸੀ ਵਰਨਾ ਇੱਥੇ ਆਉਣ ਦੀ ਮੈਨੂੰ ਕੀ ਲੋੜ ਸੀ। ਇਸ ਗਾਲੇ ਗੁੰਬਦੇ ਕਬੂਤ ਮਰਾ ਇਹ ਜਿਹੜਾ ਤੁਹਾਖਿਆ ਹੋਇਆ ਕਾਲਾ
ਇਹ ਗੁੰਬਦ ਹੈ ਸੰਸਾਰ ਦਾ, ਮਾਇਆ ਦੀ ਅੱਗ ਵਿੱਚ ਸੜਿਆ ਹੋਇਆ। ਇਹਦੇ ਵਿੱਚ ਕੁਛ ਵੀ ਨਹੀਂ ਹੈ ਸਿਵਾਏ ਵਾਹਿਗੁਰੂ ਦੀ ਬੰਦਗੀ ਦੇ। ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸਰਨਾਈ। ਇਹ ਜੋ ਕੁਛ ਵੀ ਸੰਸਾਰ ਪ੍ਰਪੰਚ ਮਾਇਆ ਦਾ ਦਿਸਦਾ ਹੈ, ਦ੍ਰਿਸ਼ਟੀ ਗੋਚਰ ਹੁੰਦਾ ਹੈ, ਸਾਰਾ ਹੀ ਮਿਥਿਆ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ। ਇਹਦੇ ਵਿੱਚ ਇੱਕ ਚੀਜ਼ ਹੈ, ਜੇ ਮਿਲ ਜਾਵੇ ਵਾਹਿਗੁਰੂ ਪਰਮੇਸ਼ਰ ਦੇ ਪ੍ਰਾਪਤ ਕਰਨ ਦੀ ਤਾਂਘ ਪੈਦਾ ਹੋ ਜਾਵੇ, ਉਸ ਵਾਹਿਗੁਰੂ ਨੂੰ ਮਿਲਣ ਦੀ ਚਾਹਨਾ ਪੈਦਾ ਹੋ ਜਾਵੇ। ਮੈਂ ਇਸ ਦੁਨੀਆ 'ਤੇ ਆਇਆ ਹਾਂ, ਮੇਰੇ ਜੀਵਨ ਦਾ ਮਕਸਦ ਕੀ ਹੈ, ਇਹ ਗੱਲ ਦੀ ਸਮਝ ਆਵੇ, ਬੰਦਾ ਇਸ ਪਾਸੇ ਲੱਗੇ ਤਾਂ ਗੱਲ ਕੁਛ ਹੋਰ ਹੁੰਦੀ ਹੈ। ਨਹੀਂ ਤਾਂ ਬਸ ਸਭ ਕੁਛ ਬੇਕਾਰ, ਬਿਰਥਾ ਜਨਮ ਗਵਾਇਆ, ਐਵੇਂ ਹੀ ਚਲਾ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਉਸ ਵਾਹਿਗੁਰੂ ਨੂੰ ਮਿਲਣ ਦੀ ਜਿਹੜੀ ਚਾਹਨਾ ਪੈਦਾ ਹੋਈ ਹੈ, ਜਿਹੜੀ ਤੀਬਰ ਇੱਛਾ ਪੈਦਾ ਹੋਈ ਹੈ, ਅੰਤਰ ਲੋਚਾ ਮਿਲਣ ਕੀ ਪਿਆਰੇ, ਉਹਦਾ ਇੱਥੇ ਜ਼ਿਕਰ ਕਰ ਰਹੇ ਨੇ। 2 ਪਦੇ ਆਪਾਂ ਪਹਿਲਾਂ ਸਰਵਣ ਕਰ ਚੁੱਕੇ ਹਾਂ, 3 ਪਦੇ ਸ਼ਬਦ ਦੇ ਰਹਿੰਦੇ ਹਨ। ਆਓ ਪ੍ਰੇਮ ਨਾਲ ਸਰਵਣ ਕਰੀਏ। ਸਾਹਿਬ ਗੁਰੂ ਅਰਜਨ ਦੇਵ ਜੀ 5ਵੇਂ ਪਾਤਸ਼ਾਹ ਨੂੰ ਬੇਨਤੀ ਕਰੀਏ ਕਿ ਸਤਿਗੁਰੂ ਆਪ ਜੀ ਕਿਰਪਾ ਕਰ ਦਿਓ, ਜਿਹੜੀ ਤੁਹਾਡੇ ਅੰਦਰ ਲੋਚਾ ਹੈ ਸਾਡੇ ਅੰਦਰ ਵੀ ਪਾ ਦਿਓ। ਕਿਉਂਕਿ ਬਾਣੀ ਗੁਰੂ ਸਾਹਿਬ ਨੇ ਤਾਂ ਰਚੀ ਸੀ ਕਿ ਜਿਹੜੇ ਗੁਰੂ ਸਾਹਿਬ ਦੇ ਅਨੁਭਵ ਸਨ ਉਹ ਸਾਡੇ ਅਨੁਭਵ ਦੇ ਵਾਸਤੇ ਲਿਖੇ ਜਾਣ, ਸਾਂਭੇ ਜਾਣ, ਅਤੇ ਅਸੀਂ ਵੀ ਉਹਨਾਂ ਅਨੁਭਵਾਂ ਦੁਆਰਾ ਆਪਣੇ ਜੀਵਨ ਦਾ ਮਨੋਰਥ, ਆਪਣੀ ਜਿਹੜੀ ਮੰਜ਼ਿਲ ਮਕਸੂਦ ਹੈ, ਉਸ ਨੂੰ ਪ੍ਰਾਪਤ ਕਰ ਸਕੀਏ। ਸੋ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਹੈ ਵੀ ਉਹ ਕਿਰਪਾ ਕਰਨ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਇਹ ਗੱਲਾਂ ਦਾ ਪਤਾ, ਅਧਿਆਤਮਕ ਗੱਲਾਂ ਦਾ ਪਤਾ, ਰੂਹਾਨੀਅਤ ਦੀਆਂ ਗੱਲਾਂ ਦਾ ਪਤਾ ਗੁਰੂ ਕਿਰਪਾ ਤੋਂ ਬਿਨਾਂ ਨਹੀਂ ਜੇ ਲੱਗਦਾ। ਇਸ ਕਰਕੇ ਸਤਿਗੁਰੂ ਜੀ ਅਸੀਂ ਮਾੜੇ ਹਾਂ, ਚੰਗੇ ਹਾਂ, ਪਾਪੀ ਬੰਦੇ ਹਾਂ, ਬੁਰੇ ਹਾਂ, ਭਲੇ ਹਾਂ, ਤੇਰੇ ਹੀ ਹਾਂ, ਖਿਨ ਖਿਨ ਭੁੱਲਣਹਾਰ ਹਾਂ। ਜੇ ਸੱਚੇ ਪਾਤਸ਼ਾਹ ਅਸੀਂ ਪਤਿਤ ਨਾ ਹੁੰਦੇ ਤਾਂ ਤੁਸੀਂ ਪਾਵਨ ਕਿਵੇਂ ਹੁੰਦੇ। ਜੋ ਪੈ ਹਮ ਨਾ ਪਾਪ ਕਰੰਤਾ, ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਅਸੀਂ ਪਤਿਤ ਹਾਂ, ਨੀਚ ਹਾਂ, ਗਿਰੇ ਹੋਏ ਹਾਂ। ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ, ਤੁਸੀਂ ਸਾਨੂੰ ਇਸ ਟੋਏ 'ਚੋਂ ਕੱਢਣ ਵਾਲੇ ਹੋ, ਕਿਰਪਾ ਕਰੋ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਹਉ ਭਈ ਉਡੀਣੀ ਕੰਤ ਕੋ ਅਮਾਲੀ, ਸੋ ਪਿਰ ਕਦ ਨੈਣੀ ਦੇਖਾਂ। ਹੇ ਮੇਰੀ ਸਖੀ, ਹੇ ਮੇਰੀ ਅੰਮਾ, ਹੇ ਮੇਰੀ ਅਮਾਲੀ ਅੰਮੜੀਏ, ਮੈਂ ਆਪਣੇ ਕੰਤ ਲਈ ਉਡੀਣੀ ਹੋਈ ਹਾਂ। ਉਡੀਣੀ ਦਾ ਅਰਥ ਉਡੀਕਵਾਨ, ਜਿਹੜੀ ਉਡੀਕ ਰਹੀ ਹੋਵੇ। ਜਿਸ ਇਸਤਰੀ ਦਾ ਪਤੀ ਪਰਦੇਸ ਗਿਆ ਹੋਵੇ ਅਤੇ ਉਹ ਉਹਦੇ ਰਾਹ ਵੇਖਦੀ ਹੈ, ਕਦੋਂ ਆਵੇਗਾ, ਕਦੋਂ ਆਵੇਗਾ, ਕਦੋਂ ਆਵੇਗਾ। ਆਪਣੇ ਪਤੀ ਨਾਲ ਪ੍ਰੇਮ ਕਰਨ ਵਾਲੀ ਸੁਹਾਗਣ ਇਸਤਰੀ ਇੱਧਰ ਉੱਧਰ ਨਹੀਂ ਝਾਕਦੀ, ਆਪਣੇ ਪਤੀ ਦੀ ਝਾਕ ਰੱਖਦੀ ਹੈ, ਆਪਣੇ ਪਤੀ ਨੂੰ ਉਡੀਕਦੀ ਹੈ। ਅਤੇ ਪਤੀ ਜਦੋਂ ਆਉਂਦਾ ਹੈ ਤਾਂ ਉਹਨੂੰ ਚਾਹ ਚੜ੍ਹ ਜਾਂਦਾ ਹੈ। ਇਹ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਬਹੁਤ ਜਗ੍ਹਾ 'ਤੇ ਮਿਸਾਲ ਦਿੱਤੀ। ਉਡੀਨੀ ਉਡੀਨੀ ਉਡੀਨੀ, ਕਬ ਘਰ ਆਵੈ ਰੀ, ਸੁਨੋ ਸਹੇਰੀ ਮਿਲਣ ਬਾਤ ਕਹੋ, ਸਗਰੋ ਅਹੰਗ ਤਜਾਵੋ, ਤੋ ਘਰ ਹੀ ਲਾਲਨ ਪਾਵੋ। ਮਹਾਰਾਜ ਸਾਹਿਬ ਜੀ ਕਹਿੰਦੇ ਮੈਂ ਉਡੀਕਵਾਨ ਹਾਂ, ਆਪਣੇ ਕੰਤ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਪ੍ਰਾਪਤ ਕਰਨਾ ਚਾਹੁੰਦੀ ਹਾਂ। ਸੋ ਪਿਰ ਕਦ ਨੈਣੀ ਦੇਖਾਂ, ਕਦੋਂ ਉਹ ਘੜੀ ਆਵੇ ਜਦੋਂ ਮੈਂ ਆਪਣੇ ਪਤੀ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਜੀ ਨੂੰ ਆਪਣੇ ਅੰਦਰ ਬਾਹਰ ਸਰਵੱਤਰ ਵਿਆਪਕ ਵੇਖ ਲਵਾਂ। ਉਹ ਸਮਾਂ ਕਦੋਂ ਆਵੇ ਜਦੋਂ ਮੇਰਾ ਧਿਆਨ 8 ਪਹਿਰ ਉਸ ਵਾਹਿਗੁਰੂ ਦੇ ਸਰੂਪ ਵਿੱਚ ਹੀ ਜੁੜਿਆ ਰਵੇ ਅਤੇ ਬਾਕੀ ਸਭ ਕੁਛ ਵਿਸਰ ਜਾਵੇ। ਸਭੇ ਗੱਲਾਂ ਵਿਸਰਨ, ਇੱਕਾ ਵਿਸਰ ਨਾ ਜਾਓ। ਉਹ ਨਾ ਭੁੱਲੇ ਵਾਹਿਗੁਰੂ 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 ਵਾਹਿਗੁਰੂ।
ਹਰ ਵੇਲੇ ਜਪੀ ਜਾਵਾਂ, ਹਰ ਵੇਲੇ ਉਹਦੇ ਰੰਗ ਵਿੱਚ ਰਵਾਂ। ਆ ਦੁਨੀਆ ਦੇ ਝੂਠੇ ਵਿਖਿਆ ਰੰਗ ਕੁੜਾਵਿਆ, ਦਿਸਣ ਸਭੇ ਛਾਰ, ਇਹ ਸਾਰੇ ਮੈਨੂੰ ਮਿੱਟੀ ਸੁਆਹ ਖੇ ਲੱਗਣ ਲੱਗ ਜਾਣ। ਅਜੇ ਤਾਂ ਨਹੀਂ ਲੱਗਦੇ, ਅਜੇ ਤਾਂ ਮੈਨੂੰ ਇਹ ਦੁਨੀਆ ਸੱਚੀ ਨਜ਼ਰ ਆਉਂਦੀ ਹੈ। ਅਜੇ ਤਾਂ ਮੈਨੂੰ ਇਹ ਸੰਸਾਰ ਦਾ ਭੈ ਵੀ ਆਉਂਦਾ ਹੈ, ਸੰਸਾਰ ਦਾ ਮੋਹ ਵੀ ਆਉਂਦਾ ਹੈ, ਕਿਉਂਕਿ ਜਿੱਥੇ ਮੋਹ ਹੁੰਦਾ ਉੱਥੇ ਭੈ ਵੀ ਹੁੰਦਾ। ਜੇ ਸੰਸਾਰ ਦਾ ਮੋਹ ਹੈ ਅਤੇ ਫਿਰ ਸੰਸਾਰ ਦੇ ਖਤਰੇ ਵੀ ਨੇ, ਡਰ ਵੀ ਨੇ। ਇਸ ਕਰਕੇ ਮੈਂ ਇਹਨਾਂ ਵਿੱਚ ਹੀ ਉਲਝਿਆ ਰਹਿੰਦਾ ਹਾਂ। ਹੇ ਵਾਹਿਗੁਰੂ, ਕਦੀ ਉਹ ਘੜੀ ਆਵੇ ਕਿ ਮੈਂ ਤੇਰੇ ਸਰੂਪ ਨੂੰ ਦੇਖ ਲਵਾਂ, ਯਥਾਰਥ ਸਰੂਪ ਨੂੰ ਮੈਂ ਜਾਣ ਲਵਾਂ। ਸੋ ਫਿਰ ਕਦ ਨੈਣੀ ਦੇਖਾਂ, ਉਹ ਪਿਆਰੇ ਨੂੰ ਮੈਂ ਕਦੋਂ ਵੇਖਾਂ। ਸਭ ਰਸ ਭੋਗਣ ਵਿਸਰੇ, ਬਿਨ ਫਿਰ ਕਿਤੇ ਨ ਲੇਖਾਂ। ਹੁਣ ਮੇਰੀ ਬੈਰਾਗ ਬਈ ਐਸੀ ਦਸ਼ਾ ਬਣ ਗਈ ਹੈ, ਇਹ ਜਿਹੜੇ ਸੰਸਾਰ ਦੇ ਜਿੰਨੇ ਵੀ ਰਸ ਨੇ, ਭੋਗ ਨੇ, ਇਹ ਹੁਣ ਮੈਨੂੰ ਚੰਗੇ ਨਹੀਂ ਲੱਗਦੇ, ਇਹ ਭੁੱਲ ਗਏ ਹਨ। ਸਾਧ ਸੰਗਤ ਜੀ, ਸੰਸਾਰ ਦੇ ਰਸ ਸਾਨੂੰ ਚੰਗੇ ਲੱਗਦੇ ਹਨ ਕਿਉਂਕਿ ਸਾਨੂੰ ਮੌਤ ਭੁੱਲੀ ਰਹਿੰਦੀ ਹੈ। ਜੇ ਸਾਨੂੰ ਪਤਾ ਲੱਗ ਜਾਵੇ ਅੱਜ ਜਾਂ ਕੱਲ੍ਹ ਜਾਂ ਇਸੇ ਹਫ਼ਤੇ ਵਿੱਚ ਜਾਂ ਅਗਲੇ ਮਹੀਨੇ ਜਾਂ ਆਉਂਦੇ ਸਾਲ ਨੂੰ ਫਲਾਣੀ ਤਰੀਕ ਨੂੰ ਅਸੀਂ ਮਰ ਜਾਣਾ ਹੈ, ਤਾਂ ਸਾਨੂੰ ਹੁਣੇ ਤੋਂ ਹੀ ਇਹ ਰਸ ਫਿੱਕੇ ਲੱਗਣ ਲੱਗ ਜਾਂਦੇ। ਸਤਿਗੁਰੂ ਸਾਹਿਬ ਜੀ ਕੋਲੋਂ ਕਿਸੇ ਨੇ ਪੁੱਛਿਆ ਸੀ, ਮਾਇਆਧਾਰੀ ਨੇ, ਮਹਾਰਾਜ ਤੁਸੀਂ ਕਲਗੀਆਂ ਵੀ ਲਾਉਂਦੇ ਹੋ, ਹਾਥੀ ਘੋੜੇ ਲਾਓ ਲਸ਼ਕਰ, ਅਤੇ ਤੁਹਾਡੇ ਪਰਿਵਾਰ ਗ੍ਰਸਤੀ ਵੀ ਹੋ, ਔਰ ਤੁਸੀਂ ਬੱਚਿਆਂ ਵਾਲੇ ਪਰਿਵਾਰਾਂ ਵਾਲੇ ਹੋ, ਫਿਰ ਵੀ ਤੁਹਾਡਾ ਮਨ ਇਸ ਸੰਸਾਰ ਵਿੱਚ ਕਿਉਂ ਨਹੀਂ ਲੱਗਦਾ? ਤੁਹਾਨੂੰ ਪਰਮਾਤਮਾ ਦਾ ਸਿਮਰਨ, ਪਰਮਾਤਮਾ ਦੀ ਯਾਦ ਕਿਵੇਂ ਬਣੀ ਰਹਿੰਦੀ ਹੈ? ਇਹ ਗੱਲ ਮੈਨੂੰ ਕਿਰਪਾ ਕਰਕੇ ਸਮਝਾਓ। ਮੇਰੇ ਕੋਲੋਂ ਤਾਂ ਇਹ ਛੁੱਟਦਾ ਹੀ ਨਹੀਂ। ਨਾ ਤਾਂ ਪਤਨੀ ਦਾ ਮੋਹ ਛੁੱਟਦਾ ਹੈ, ਨਾ ਬੱਚਿਆਂ ਦਾ ਮੋਹ ਛੁੱਟਦਾ ਹੈ, ਨਾ ਕਾਮ ਕ੍ਰੋਧ ਆਦਿਕ ਵਿਸ਼ੇ ਵਿਕਾਰ ਛੁੱਟਦੇ ਹਨ। ਇਹ ਬਹੁਤ ਤੰਗ ਕਰਦੇ ਹਨ। ਸਤਿਗੁਰੂ ਜੀ, ਤੁਸੀਂ ਕਿਰਪਾ ਕਰੋ। ਮਹਾਰਾਜ ਉਹ ਵੀ ਰਾਜਾ ਸੀਗਾ ਜਿਸ ਨੇ ਪੁੱਛਿਆ ਸੀ। ਸਤਿਗੁਰੂ ਕਹਿਣ ਲੱਗੇ, ਭਾਈ ਇਸ ਤਰ੍ਹਾਂ ਹੈ ਵੀ ਤੂੰ ਸਾਨੂੰ ਨਾ ਕੁਛ ਵੀ ਕਹਿ, ਅਸੀਂ ਕੀ ਕਰਦੇ ਹਾਂ ਕੀ ਨਹੀਂ ਕਰਦੇ। ਤੇਰੇ ਕੋਲ ਬੜੇ ਸੁੱਖ ਆਰਾਮ ਨੇ, ਵਧੀਆ ਵਧੀਆ ਖਾਣ ਪੀਣ ਦੇ ਸਾਧਨ ਨੇ, ਹਾਥੀ ਘੋੜੇ, ਤੇਰੇ ਕੋਲ ਵੀ ਰਾਣੀਆਂ ਨੇ, ਅਤੇ ਤੂੰ ਜੋ ਕੁਝ ਵੀ ਖਾਣਾ ਪੀਣਾ ਹੈ, ਸੈਰ ਸਪਾਟਾ ਕਰਨਾ ਹੈ, ਮੌਜ ਮਸਤੀ ਕਰਨੀ ਹੈ, ਇਸ ਹਫ਼ਤੇ 'ਚ ਕਰ ਲੈ। ਅਗਲੇ ਹਫ਼ਤੇ ਤੇਰੀ ਮੌਤ ਹੋ ਜਾਣੀ ਹੈ, ਤੂੰ ਚੜ੍ਹਾਈ ਕਰ ਜਾਣਾ ਹੈ, ਅਤੇ ਉਸ ਤੋਂ ਪਹਿਲਾਂ ਪਹਿਲਾਂ ਜਿੰਨੀਆਂ ਵਰਤੋਂ ਵਾਲੀਆਂ ਚੀਜ਼ਾਂ ਹਨ ਨਾ, ਇਹ ਤੂੰ ਯੂਜ ਕਰ ਲੈ, ਵਰਤ ਲੈ। ਉਹ ਬੰਦਾ ਵਿਚਾਰਾ ਘਰ ਚਲਾ ਗਿਆ, ਪਰ ਨਾ ਉਹਨੂੰ ਖਾਣਾ ਚੰਗਾ ਲੱਗਿਆ, ਨਾ ਪੀਣਾ, ਨਾ ਸੌਣਾ, ਅਤੇ ਨਾ ਹੀ ਰਾਣੀਆਂ ਦਾ ਮੋਹ ਜਾਗਿਆ, ਨਾ ਬੱਚਿਆਂ ਦਾ। ਕਿਸੇ ਨਾਲ ਗੱਲਬਾਤ ਨਾ ਕਰੇ। 8ਵੇਂ ਦਿਨ ਮਹਾਰਾਜ ਕੋਲ ਆਇਆ। ਮਹਾਰਾਜ ਕਹਿੰਦੇ ਕਿਸ ਤਰ੍ਹਾਂ ਹੈ? ਕਹਿੰਦਾ ਜੀ ਕੁਝ ਚੰਗਾ ਹੀ ਨਹੀਂ ਲੱਗ ਰਿਹਾ, ਮੌਤ ਨੇੜੇ ਆ ਰਹੀ ਹੈ। ਮਹਾਰਾਜ ਕਹਿੰਦੇ ਜਿਹੜੀ ਮੌਤ ਨੇ ਤੈਨੂੰ 8 ਦਿਨ ਸੌਣ ਨਹੀਂ ਦਿੱਤਾ, ਤੈਨੂੰ ਪਤਾ, ਸਾਨੂੰ ਤਾਂ ਹਰ ਵੇਲੇ ਹੀ ਪਤਾ, ਸਾਨੂੰ ਹਰ ਵੇਲੇ ਹੀ ਚੇਤੇ ਆ ਵੀ ਇਹ ਤਾਂ ਤਮਾਸ਼ਾ ਹੀ ਹੈ ਵੀ ਸੰਸਾਰ ਦਾ, ਇਹਦੇ ਵਿੱਚ ਕੀ ਫਸਣਾ ਹੋਇਆ। ਸੋ ਮਹਾਰਾਜ ਇੱਥੇ ਬਚਨ ਜਿਹੜਾ ਕਹਿ ਰਹੇ ਨਾ ਪੰਜਵੇਂ ਪਾਤਸ਼ਾਹ, ਇਹ ਕੋਈ ਸਾਡੇ ਕਥਾਵਾਚਕਾਂ ਦੇ ਵੱਸ ਦੀ ਗੱਲ ਨਹੀਂ, ਅਸੀਂ ਤਾਂ ਕਥਾ ਹੀ ਕਰਨ ਜੋਗੇ ਹਾਂ, ਪਰ ਗੁਰੂ ਸਾਹਿਬ ਨੇ ਪ੍ਰੈਕਟੀਕਲ ਕੀਤਾ ਸੀਗਾ। ਸਭ ਰਸ ਭੋਗਣ ਵਿਸਰੇ, ਬਿਨ ਫਿਰ ਕਿਤੇ ਨਾ ਲੇਖਾ। ਆਹ ਸਾਰੇ ਰਸ ਭੋਗ ਭੁੱਲ ਗਏ। ਕਹਿੰਦੇ ਵਾਹਿਗੁਰੂ ਤੋਂ ਬਿਨਾਂ ਕਿਸੇ ਚੀਜ਼ ਲੇਖੇ 'ਚ ਹੈ ਹੀ ਨਹੀਂ ਨਾ। ਇਹ ਚੀਜ਼ਾਂ ਜਿਹੜੀਆਂ ਚੀਜ਼ਾਂ ਨੂੰ ਛੱਡ ਜਾਣਾ, ਜਿਹਨਾਂ ਚੀਜ਼ਾਂ ਨੂੰ ਤਿਆਗ ਕੇ ਜਾਣਾ, ਫਿਰ ਉਹਨਾਂ ਦਾ ਕੀ ਮੋਹ ਕਰਨਾ ਹੋਇਆ। ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਇਹ ਸਾਰੇ ਰਸ ਭੋਗ ਕਿਸੇ ਲੇਖੇ ਵਿੱਚ ਨਹੀਂ, ਕਿਸੇ ਲੇਖੇ ਵਿੱਚ ਨਹੀਂ। ਇਹੋ ਕਾਪੜ ਤਨ ਨਾ ਸੁਖਾਵਈ, ਕਰ ਨਾ ਸਕੋ ਹੋਂ ਵੇਸਾ। ਆਹ ਕੱਪੜਾ ਲੱਤਾ, ਗਹਿਣਾ ਗੱਟਾ, ਇਹ ਹਾਰ ਸ਼ਿੰਗਾਰ ਜਿਵੇਂ ਇਸਤਰੀਆਂ ਕਰਦੀਆਂ, ਪਤੀ ਵਾਸਤੇ ਕਰਦੀਆਂ। ਜੇ ਪਤੀ ਨਾ ਹੋਵੇ ਤਾਂ ਹਾਰ ਸ਼ਿੰਗਾਰ ਕਾਹਦਾ ਕਰਨਾ ਹੋਇਆ? ਕੱਪੜੇ ਲੱਤੇ ਕਿਹਨੂੰ ਵਿਖਾਣੇ ਨੇ ਪਾ ਕੇ? ਮਹਾਰਾਜ ਕਹਿੰਦੇ ਆ ਜਿੰਨੇ ਵੀ ਕੱਪੜੇ ਲੱਤੇ ਹਨ, ਗਹਿਣੇ ਗੱਟੇ ਹਨ, ਇਹ ਮੇਰੇ ਤਨ 'ਤੇ ਹੁਣ ਸੁਖਾਉਂਦੇ ਨਹੀਂ। ਹੁਣ ਮੈਨੂੰ ਵੇਸ ਕਰਨਾ ਚੰਗਾ ਨਹੀਂ ਲੱਗਦਾ। ਕਰ ਨਾ ਸਕੋ ਹੋ ਵੇਸਾ। ਹੁਣ ਮੈਂ ਹਾਰ ਸ਼ਿੰਗਾਰ ਵੀ ਨਹੀਂ ਕਰ ਸਕਦੀ, ਹੁਣ ਮੈਂ ਗਹਿਣੇ ਕੱਪੜੇ ਵੀ ਨਹੀਂ ਪਾ ਸਕਦੀ। ਕਿਉਂ?
क्योंकि मेरा पति मेरे तो बहुत दूर है। मैं उस वाहिगुरु परमेश्वर तो दूर होई पिछड़ी हुई हाँ। जिनी सखी लाल राव्या प्यारा, तेने आगे हम आदेसा। जिन्हां मेरियां सहेलियां ने उस प्यारे लाल वाहिगुरु परमेश्वर ਨੂੰ ਪਾ ਲਿਆ ਹੈ, ਉਹਨਾਂ ਦੇ ਚਰਨਾਂ ਤੇ ਮੈਂ ਆਦੇਸ਼ ਨਮਸਕਾਰ ਕਰਦੀ ਹਾਂ। ਉਹਨਾਂ ਸੰਤਾਂ ਮਹਾਂਪੁਰਸ਼ਾਂ ਨੂੰ ਮੱਥਾ ਟੇਕੀਏ, ਚਰਨਾਂ ਤੇ ਡੰਡੌਤ ਕਰੀਏ, ਮੱਥਾ ਟੇਕ ਕੇ ਸਿਰ ਰੱਖ ਕੇ ਪੈਰੀ ਪੈ ਪੈ ਬਹੁਤ ਮਨਾਈ। ਦੀਨ ਦਿਆਲ ਗੋਪਾਲਾ ਜੀਓ, ਜਿਨ੍ਹਾਂ ਨੇ ਉਸ ਨੂੰ ਪਾ ਲਿਆ ਹੈ, ਜਿਹੜੇ ਉਹਦਾ ਰੂਪ ਬਣ ਗਏ ਹਨ। ਅਤੇ ਜੇ ਸਾਧ ਸੰਗਤ ਜੀ ਅਸੀਂ ਵੇਖੀਏ ਆਪਣੇ ਆਪ ਨੂੰ, ਤਾਂ ਫਿਰ ਸਾਡੀ ਹਾਲਤ ਇਹ ਹੀ ਹੈ ਵੀ ਅਸੀਂ ਉਸ ਵਾਹਿਗੁਰੂ ਤੋਂ ਬਹੁਤ ਦੂਰ ਹਾਂ। ਅਗਲੀ ਪੰਕਤੀ 'ਚ ਸਾਹਿਬ ਦੱਸ ਰਹੇ ਨੇ, ਮੈਂ ਸਭ ਸਿੰਗਾਰ ਬਣਾਇਆ ਅਮਾਲੀ, ਬਿਨ ਪਿਰ ਕਾਮ ਨਾ ਆਏ। ਹੇ ਸਖੀ, ਹੇ ਅਮੜੀਏ, ਮੈਂ ਸਾਰੇ ਸ਼ਿੰਗਾਰ ਬਣਾਏ। ਮੈਂ 16 ਸ਼ਿੰਗਾਰ 32 ਲੱਛਣ 64 ਕਲਾ ਮੰਨੀਆਂ ਨੇ, ਜਿਹੜੀਆਂ ਸ਼ਿੰਗਾਰ ਦੇ ਪੱਖ ਤੋਂ ਇਸਤਰੀ ਦੇ ਸ਼ਿੰਗਾਰ ਵਿੱਚ ਦੱਸੀ ਜਾਂਦੀ। 16 ਸ਼ਿੰਗਾਰ ਮੁੱਖ ਮੰਨੇ ਹਨ। ਇਸੇ ਤਰ੍ਹਾਂ ਧਾਰਮਿਕ ਲੋਕ ਵੀ ਕੁਝ ਸ਼ਿੰਗਾਰ ਕਰਦੇ ਹਨ ਕਈ ਪ੍ਰਕਾਰ ਦੇ। ਜਿੰਨੇ ਵੀ ਆਪਾਂ ਧਾਰਮਿਕ ਲੋਕ ਆ, ਮੁਸਲਮਾਨ ਉਹਨਾਂ ਦਾ ਪਹਿਰਾਵਾ, ਹਿੰਦੂਆਂ ਦਾ ਆਪਣਾ, ਸਿੱਖਾਂ ਦਾ ਆਪਣਾ, ਈਸਾਈਆਂ ਦਾ ਆਪਣਾ, ਇਹ ਵੀ ਧਾਰਮਿਕ ਲਿਬਾਸ ਪਹਿਨਿਆ ਜਾਂਦਾ। ਜਿਵੇਂ ਇੱਕ ਸੁਹਾਗਣ ਆਪਣੇ ਪਤੀ ਨੂੰ ਰਿਝਾਉਣ ਵਾਸਤੇ ਉਹ ਕੱਪੜੇ ਵੀ ਸੋਹਣੇ ਪਹਿਨਦੀ ਹੈ ਔਰ ਹਾਰ ਸ਼ਿੰਗਾਰ ਵੀ ਕਰਦੀ ਹੈ, ਪਰ ਉਹ ਜੇ ਪਤੀ ਨਾ ਹੋਵੇ ਉੱਦਾਂ ਹੀ ਸ਼ਿੰਗਾਰ ਕਰੀ ਫਿਰੇ, ਫਿਰ ਉਹਦਾ ਕਿਸੇ ਲੇਖੇ ਵਿੱਚ ਨਹੀਂ। ਸਾਹਿਬ ਇਹ ਲਿਖ ਰਹੇ ਨੇ, ਮੈਂ ਸਭ ਸ਼ਿੰਗਾਰ ਬਣਾਇਆ ਅਮਾਲੀ, ਬਿਨ ਪਿਰ ਕਾਮ ਨਾ ਆਏ। ਵਾਹਿਗੁਰੂ ਪਤੀ ਪਰਮੇਸ਼ਰ ਤੋਂ ਬਿਨਾਂ ਮੈਂ ਜਿੰਨੇ ਵੀ ਸ਼ਿੰਗਾਰ ਬਣਾਏ ਨੇ, ਭਾਵੇਂ ਉਹ ਦੁਨਿਆਵੀ ਹਨ, ਭਾਵੇਂ ਉਹ ਧਾਰਮਿਕ ਹਨ, ਪਰ ਜਿੰਨਾ ਚਿਰ ਵਾਹਿਗੁਰੂ ਦਾ ਗੂੜਾ ਰੰਗ ਨਹੀਂ ਚੜ੍ਹਿਆ, ਉਸ ਸਰੂਪ ਦੀ ਲਖਤਾ ਨਹੀਂ ਹੋਈ, ਤਾਂ ਉਹ ਕਿਸੇ ਕੰਮ ਨਹੀਂ ਆਉਂਦੇ। ਜਾਂ ਸਹਿ ਬਾਤ ਨਾ ਪੁੱਛੀਆਂ ਅਮਾਲੀ, ਤਾਂ ਬਿਰਥਾ ਜੋਬਨ ਸਭ ਜਾਏ। ਜੇ 100 ਜੀ ਵਾਹਿਗੁਰੂ ਜੀ ਗੱਲ ਹੀ ਨਹੀਂ ਪੁੱਛਦੇ, ਉਹਨਾਂ ਨੇ ਕਦੀ ਮੇਰੇ ਨਾਲ ਗੱਲ ਕੀਤੀ ਨਹੀਂ, ਉਸ ਵਾਹਿਗੁਰੂ ਪਰਮੇਸ਼ਰ ਨੇ ਕਦੀ ਮੇਰੇ ਵੱਲ ਫੇਰਾ ਮੇਰੇ ਘਰ ਵੱਲ ਪਾਇਆ ਹੀ ਨਹੀਂ। ਭਾਈ ਗੁਰਦਾਸ ਜੀ ਨੇ ਲਿਖਿਆ, ਸੌਤ ਕੇ ਸਿਧਾਏ ਹੈ। ਕਹਿੰਦੇ ਮੈਂ ਤਾਂ ਸਾਰੀ ਰਾਤ ਸ਼ਿੰਗਾਰ ਕਰਕੇ ਬੂਹਾ ਖੋਲ੍ਹ ਕੇ ਦੀਵਾ ਬਾਲ ਕੇ ਬੈਠੀ ਰਹੀ, ਪਰ ਪਤੀ ਜੀ ਸੌਂਕਣ ਵੱਲ ਚਲੇ ਗਏ, ਮੇਰੇ ਵੱਲ ਆਏ ਕੋਈ ਨਹੀਂ। ਆਖੋ ਸ੍ਰੀ ਵਾਹਿਗੁਰੂ। ਇਹ ਭਾਈ ਗੁਰਦਾਸ ਜੀ ਨੇ ਬਚਨ ਲਿਖੇ ਨੇ। ਕਹਿੰਦੇ ਸੌਤ ਕੇ ਸਿਧਾਏ ਹੈ। ਸੌਤ ਕਹਿੰਦੇ ਨੇ ਸੌਂਕਣ ਨੂੰ, ਦੂਸਰੀ ਜਿਹੜੀ ਮੇਰੇ ਤੋਂ ਇਲਾਵਾ ਹੋਰ ਹੈ। ਵਾਹਿਗੁਰੂ ਦੀਆਂ ਤਾਂ ਬੇਅੰਤ ਰਾਣੀਆਂ ਨੇ। ਭਾਈ ਸਾਹਿਬ ਲਿਖਦੇ, ਰਾਜੇ ਦੇ 100 ਰਾਣੀਆਂ, ਸੇਜੇ ਆਵੇ ਵਾਰੋ ਵਾਰੀ। ਅਤੇ ਮੇਰੀ ਵਾਰੀ ਕਦੋਂ ਆਉਣੀ ਹੈ? ਮੇਰਾ ਤਾਂ ਜੋਬਨ ਹੀ ਬਿਰਥਾ ਜਾ ਰਿਹਾ ਹੈ, ਮੇਰੀ ਤਾਂ ਜਵਾਨੀ ਲੰਘ ਗਈ ਹੈ, ਬੁਢੇਪਾ ਆ ਰਿਹਾ। ਜਾਂ ਸਹਿ ਬਾਤ ਨਾ ਪੁੱਛੀਆਂ ਮਾਲੀ, ਤਾਂ ਬਿਰਥਾ ਜੋਬਨ ਸਭ ਜਾਏ। ਆਹ ਜਿਹੜਾ ਮਨੁੱਖਾ ਜਨਮ ਹੈ ਨਾ, ਇਹ ਵਾਹਿਗੁਰੂ ਨੂੰ ਮਿਲਣ ਦਾ, ਇਹ ਸਮਝੋ ਜਵਾਨੀ ਹੈ। ਇਹ ਜਿਵੇਂ ਕਿ ਇਸਤਰੀ ਆਪਣੇ ਪਤੀ ਨੂੰ ਜਵਾਨੀ 'ਚ ਹੀ ਮਿਲ ਸਕਦੀ ਹੈ, ਅਤੇ ਇਸੇ ਤਰ੍ਹਾਂ ਇਹ ਜਿਹੜਾ ਮਨੁੱਖਾ ਜਨਮ ਹੈ, ਇਹ ਵਾਹਿਗੁਰੂ ਨੂੰ ਮਿਲਣ ਵਾਸਤੇ ਜੋਬਨ ਹੈ ਜੀਵਾਤਮਾ ਦਾ। ਕਿਉਂ? ਇਹਦੇ ਵਿੱਚ ਗੁਰੂ ਨੂੰ ਮਿਲਣਾ ਹੈ, ਇਹਦੇ ਵਿੱਚ ਬਾਣੀ ਪੜ੍ਹੀ ਜਾ ਸਕਦੀ ਹੈ, ਨਾਮ ਜਪਿਆ ਜਾ ਸਕਦਾ, ਭਗਤੀ ਕੀਤੀ ਜਾ ਸਕਦੀ ਹੈ, ਮਹਾਂਪੁਰਸ਼ਾਂ ਦੇ ਉਪਦੇਸ਼ ਸੁਣ ਕੇ ਕਮਾਏ ਜਾ ਸਕਦੇ ਹਨ। ਬਾਕੀ ਜੂਨਾਂ ਵਿੱਚ ਇਹ ਸਹੂਲਤ ਨਹੀਂ ਹੈ। 84 ਲੱਖ ਜੂਨਾਂ ਹਨ ਬੰਦੇ ਨੂੰ ਛੱਡ ਕੇ। ਉਹ ਜਿਹੜੀਆਂ ਹਨ, ਉਹਨਾਂ ਜੂਨਾਂ ਦੇ ਵਿੱਚ ਸਾਧ ਸੰਗਤ ਜੀ ਬਹੁਤ ਹੀ ਤਕਲੀਫਾਂ, ਬਹੁਤ ਹੀ ਪਰੇਸ਼ਾਨੀਆਂ ਹਨ। ਇੰਨਾ ਗਿਆਨ ਹੀ ਨਹੀਂ, ਅਨੁਭਵ ਹੀ ਨਹੀਂ ਕਿ ਮੈਂ ਇਸ 84 'ਚੋਂ ਨਿਕਲਣਾ ਵੀ ਹੈ। ਉਹ ਵਿਚਾਰੇ ਜੰਮਦੇ ਹੈ, ਘਾਹ ਫੂਸ ਖਾਂਦੇ ਹੈ, ਮਰ ਜਾਂਦੇ ਹੈ, ਫਿਰ ਜੰਮਦੇ ਹੈ। ਬਸ ਮਾੜਾ ਮੋਟਾ ਜ਼ਿੰਦਗੀ 'ਚ ਉਹਨਾਂ ਨੂੰ ਬੱਚੇ ਪੈਦਾ ਕਰਨ ਦਾ ਥੋੜ੍ਹਾ ਜਿਹਾ ਸੁੱਖ ਮਿਲਦਾ ਹੈ, ਅਤੇ ਬਸ ਇੰਨੇ, ਬਾਕੀ ਦੁੱਖ ਹੀ ਦੁੱਖ ਹਨ। ਸੋ ਉਹ ਵੀ ਦੁੱਖ ਰੂਪ ਹੀ ਹੁੰਦੇ ਹਨ, ਕੋਈ ਵੀ ਸੁੱਖ ਨਹੀਂ। ਪਰ ਮਨੁੱਖਾ ਜਨਮ ਵਿੱਚ ਬੜੀਆਂ ਸਹੂਲਤਾਂ ਹਨ। ਜਿਹੜੀ ਅਧਿਆਤਮਿਕ ਤੌਰ 'ਤੇ ਸੁਰਤੀ ਮਿਲੀ, ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਸੁਰਤ ਮਿਲੀ ਹੈ, ਉਹ ਸੁਰਤ ਪਰਮਾਤਮਾ ਤੱਕ ਪਹੁੰਚ ਸਕਦੀ ਹੈ ਇਸ ਜਨਮ ਵਿੱਚ, ਬਾਕੀ ਜਨਮਾਂ 'ਚ ਨਹੀਂ ਪਹੁੰਚ ਸਕਦੀ। ਇਸ ਕਰਕੇ ਇਹਨੂੰ ਜਵਾਨੀ ਕਿਹਾ ਹੈ।
ਜੀਵ ਆਤਮਾ ਦੀ ਜਵਾਨੀ ਹੈ ਪਰ ਬਿਰਥੀ ਜਾ ਰਹੀ ਹੈ। ਧਨ ਧਨ ਤੇ ਸੁਹਾਗਣੀ ਅਮਾਲੀ, ਜਿਨ ਸਹੁਰਿਆ ਸਮਾਏ। ਉਹ ਸੁਹਾਗਣਾ ਧਨ ਹਨ, ਧਨ ਹਨ, ਧਨ ਹਨ, ਜਿਨ੍ਹਾਂ ਦੇ ਹਿਰਦੇ 'ਚ ਸੌ ਵਾਹਿਗੁਰੂ ਹਰ ਵੇਲੇ ਵਸਿਆ ਰਹਿੰਦਾ ਹੈ। ਉਹਨਾਂ ਮਹਾਂਪੁਰਸ਼ਾਂ ਨੂੰ, ਸੰਤਾਂ ਭਗਤਾਂ ਨੂੰ, ਕਈ ਲੋਕ ਅੱਜ ਕੱਲ੍ਹ ਵਿਚਾਰੇ ਉਹ, ਕਿਉਂਕਿ ਨਾਸਤਿਕਤਾ ਦਾ ਬਹੁਤ ਜ਼ਿਆਦਾ ਵੱਡਾ ਹੱਲਾ ਹੋਇਆ ਹੈ ਕਲਯੁਗ ਦੇ ਵਿੱਚ, ਬਿਰਤੀ ਲਗਭਗ ਸਾਰਿਆਂ ਦੀ ਅੱਜ ਕੱਲ੍ਹ ਸ਼ਰਧਾ ਤੋਂ ਖਾਲੀ ਹੁੰਦੀ ਜਾ ਰਹੀ ਹੈ। ਗੁਰਦੁਆਰਿਆਂ ਵਿੱਚ ਬਹਿਣ ਵਾਲੇ ਵੀ ਇਹ ਕਹਿੰਦੇ ਆ ਵੀ ਸੰਤਾਂ ਭਗਤਾਂ ਦੀ ਕੀ ਮਹਾਨਤਾ ਜੀ, ਇਹ ਤਾਂ ਐਵੇਂ ਹੀ ਹਨ। ਸੰਤ ਭਗਤ ਕੋਈ ਜ਼ਿਆਦਾ ਵੱਡੇ ਹੁੰਦੇ ਆ? ਇੱਥੋਂ ਤੱਕ ਵੀ ਕਹਿ ਦਿੰਦੇ ਆ ਵੀ ਗੁਰੂ 'ਚ ਅਤੇ ਸਾਡੇ 'ਚ ਕੀ ਫਰਕ ਹੈ, ਅਸੀਂ ਵੀ ਤਾਂ ਦੋ ਹੱਥਾਂ ਵਾਲੇ ਹਾਂ, ਦੋ ਅੱਖਾਂ ਵਾਲੇ ਹਾਂ, ਦੋ ਕੰਨਾਂ ਵਾਲੇ ਹਾਂ, ਦੋ ਪੈਰ ਸਾਡੇ ਨੇ, ਦੋ ਕੰਨ ਸਾਡੇ ਨੇ, ਦੋ ਨੱਕ ਸਾਡੇ ਨੇ, ਗੁਰੂ ਦੇ ਵੀ ਇੱਦਾਂ ਹੀ ਨੇ। ਠੀਕ ਹੈ ਵੀ ਗੁਰੂ ਦੇ ਹੱਥ ਪੈਰ, ਅੱਖਾਂ, ਕੰਨ, ਨੱਕ, ਸਰੀਰ ਸੰਤਾਂ ਭਗਤਾਂ ਮਹਾਂਪੁਰਸ਼ਾਂ ਦਾ ਸਾਡੇ ਵਰਗਾ ਹੈ ਜਾਂ ਸਾਡਾ ਉਹਨਾਂ ਵਰਗਾ ਹੈ, ਦਿਖਦਾ ਹੈ। ਪਰ ਫਰਕ ਇਹ ਹੈ ਜਿਹੜਾ ਦੁਹਾਗਣ ਦਾ ਅਤੇ ਸੁਹਾਗਣ ਦਾ ਹੁੰਦਾ। ਸੁਹਾਗਣ ਨੂੰ ਪਤੀ ਮਿਲਿਆ ਹੁੰਦਾ, ਸੁਹਾਗਣ ਆਪਣੇ ਪਤੀ ਦੇ ਨਾਲ ਜਾਂਦੀ, ਬਾਜ਼ਾਰ ਤੁਰੀ ਜਾਂਦੀ ਵੀ ਸੋਹਣੀ ਲੱਗਦੀ ਹੈ। ਸਹੁਰਿਆਂ ਦੇ ਘਰ ਬੈਠੀ ਹੋਵੇ, ਪੇਕਿਆਂ ਦੇ ਘਰ ਬੈਠੀ ਹੋਵੇ, ਇੱਜ਼ਤ ਪਾਉਂਦੀ ਹੈ। ਅਤੇ ਦੁਹਾਗਣ ਦਾ ਵੀ ਉਹੀ ਸ਼ਿੰਗਾਰ ਹੁੰਦਾ, ਉਹੀ ਉਹਨੇ ਗਹਿਣੇ ਗੱਟੇ ਪਾਏ ਹੁੰਦੇ, ਉਹੀ, ਬਲਕਿ ਵੇਸ਼ਵਾਵਾਂ ਦੇ ਕੱਪੜੇ ਸੁਹਾਗਣਾਂ ਨਾਲੋਂ ਮਹਿੰਗੇ ਹੁੰਦੇ ਹੈ। ਪਰ ਉਹ ਕਦੀ ਸੁਹਾਗਣ ਤਾਂ ਨਹੀਂ ਬਣ ਸਕਦੀ, ਆਖੋ ਸ੍ਰੀ ਵਾਹਿਗੁਰੂ। ਉਹ ਸੁਹਾਗਣ ਤਾਂ ਨਹੀਂ ਨਾ ਬਣ ਸਕਦੀ। ਭਾਈ ਗੁਰਦਾਸ ਜੀ ਨੇ ਲਿਖਿਆ, ਸੰਗਤ ਅਸਾਧ ਸਾਧ ਗਨਕਾ ਵਿਵਾਹਤਾ, ਜੋ ਤਨਕ ਹੀ ਮੈਂ ਉਪਕਾਰ ਉਹ ਵਿਕਾਰ ਘਾਤ ਹੈ। ਗਨਕਾ ਦਾ ਸੰਗ ਕਰਨ ਵਾਲੇ ਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ, ਬੇਇੱਜ਼ਤੀ ਹੁੰਦੀ ਹੈ, ਅਤੇ ਸੁਹਾਗਣ ਦਾ ਸੰਗ ਕਰਨ ਵਾਲੇ ਨੂੰ ਪੁੱਤਰ ਰੂਪੀ ਫਲ ਮਿਲਦੇ ਹਨ ਔਰ ਮਾਣ, ਇੱਜ਼ਤ, ਸਤਿਕਾਰ ਮਿਲਦੀ ਹੈ। ਜਿੱਥੇ ਜਾਂਦਾ ਇੱਜ਼ਤ ਨਾਲ ਰਹਿੰਦਾ, ਇਕੱਲੇ ਬੰਦੇ ਨੂੰ ਘਰ ਨਹੀਂ ਕੋਈ ਵੜਨ ਦਿੰਦਾ। ਸੁਹਾਗਣ ਦੇ ਨਾਲ ਉਹਦਾ ਵੀ ਮਾਣ ਹੁੰਦਾ। ਕਿੱਡੀ ਵੱਡੀ ਗੱਲ ਹੈ। ਅਤੇ ਮਹਾਰਾਜ ਕਹਿੰਦੇ ਜਿਹੜੀਆਂ ਸੁਹਾਗਣਾਂ ਬਣ ਗਈਆਂ ਵਾਹਿਗੁਰੂ ਦੀਆਂ, ਉਹਨਾਂ ਦੀ ਕਿਆ ਰੀਸ ਕਰਨਗੀਆਂ ਸਾਡੇ ਵਰਗੀਆਂ ਦੁਹਾਗਣਾਂ, ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਧਨ ਧਨ ਤੇ ਸੁਹਾਗਣੀ ਅਮਾਲੀ, ਜਿਨ ਸਹੁਰਿਆ ਸਮਾਏ। ਸੁਹਾਗਣਾ ਧਨ ਹਨ ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਵਸਿਆ ਹੋਇਆ ਹੈ। ਹਉ ਵਾਰਿਆ ਤਿਨ ਸੁਹਾਗਣੀ ਅਮਾਲੀ, ਤਿਨ ਕੇ ਧੋਵਾਂ ਸਦ ਪਾਏ। ਉਹਨਾਂ ਸੁਹਾਗਣੀਆਂ ਤੋਂ ਮੈਂ ਵਾਰੇ ਵਾਰੇ ਜਾਵਾਂ, ਬਲਿਹਾਰ ਬਲਿਹਾਰ ਜਾਵਾਂ, ਕੁਰਬਾਨ ਕੁਰਬਾਨ ਜਾਵਾਂ। ਉਹਨਾਂ ਦੇ ਪੈਰ ਧੋ ਧੋ ਕੇ ਪੀਵਾਂ, ਚਰਨ ਸਾਧ ਕੇ ਧੋਏ ਧੋਏ ਪੀਓ। ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ। ਸਾਧ ਉੱਪਰ ਜਾਈਐ ਕੁਰਬਾਨ, ਸਾਧ ਸੇਵਾ ਵਡ ਭਾਗੀ ਪਾਈਐ। ਸਾਧ ਸੰਗ ਹਰ ਕੀਰਤਨ ਗਾਈਐ, ਅਨੇਕ ਬਿਘਨ ਤੇ ਸਾਧੂ ਰਾਖੈ। ਹਰ ਗੁਣ ਗਾਏ ਅੰਮ੍ਰਿਤ ਰਸ ਚੱਖ। ਕਿਤਨੇ ਕਮਾਲ ਦੇ ਬਚਨ ਨੇ। ਅਸੀਂ ਪੜ੍ਹ ਜਾਂਦੇ ਹਾਂ, ਪਰ ਸਦੀ ਸੁਰਤ ਇਹਨਾਂ ਬਚਨਾਂ 'ਤੇ ਟਿਕੀ ਹੋਵੇ ਅਤੇ ਸ਼ੰਕੇ ਸਾਰੇ ਮਿਟ ਜਾਣ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਧ ਕੀ ਧੂਰ ਕਰੋ ਇਸ਼ਨਾਨ, ਕੈਸਾ ਬਚਨ ਹੈ। ਧੂੜੀ ਵਿੱਚ ਲੁੜੰਦੜੀ ਸੋਹਾਂ, ਨਾਨਕ ਤੈ ਸਹਿ ਨਾਲੇ। ਜਿਚਰ ਦੂਜਾ ਭਰਮ ਸਾਇ ਮਾਲੀ, ਤਿਚਰ ਮੈਂ ਜਾਣਿਆ ਪ੍ਰਭ ਦੂਰੇ। ਜਿਚਰ ਦਾ ਅਰਥ ਜਿੰਨਾ ਚਿਰ, ਜਿੰਨਾ ਚਿਰ ਦੂਜਾ ਭਾਵ ਪਿਆ ਹੋਇਆ ਸੀ, ਭਰਮ ਪਿਆ ਹੋਇਆ ਸੀ। ਭਰਮ ਦੇ ਲੱਛਣ ਹਨ ਜੋ ਚੀਜ਼ ਹੈ ਨਹੀਂ ਉਹ ਮੰਨ ਲੈਣੀ। ਰੱਸੀ 'ਚ ਸੱਪ ਹੈ ਨਹੀਂ ਪਰ ਕਲਪਨਾ ਕਰ ਲਈ, ਉਹਨੂੰ ਭਰਮ ਕਹਿੰਦੇ ਆ। ਇਸੇ ਤਰ੍ਹਾਂ ਦੂਜਾ ਭਾਵ ਹੁੰਦਾ ਇੱਕ ਨੂੰ ਛੱਡ ਕੇ ਦੂਜੇ ਪਾਸੇ ਧਿਆਨ। ਰੱਸੀ ਦਾ ਤਾਂ ਖਿਆਲ ਰਿਹਾ ਨਹੀਂ, ਸੱਪ ਦਾ ਖਿਆਲ ਆ ਗਿਆ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਲਖਤਾ ਨਹੀਂ ਰਹੀ ਅਤੇ ਸੰਸਾਰ ਪ੍ਰਤੀਤ ਹੋ ਰਿਹਾ ਹੈ। ਸੰਸਾਰ ਸੁਰਤ ਵਿੱਚ ਖੁੱਭਿਆ ਪਿਆ ਹੈ, ਸੁਰਤ ਸੰਸਾਰ ਵਿੱਚ ਖੁੱਭੀ ਪਈ ਹੈ। ਇਹੀ ਦੂਜਾ ਭਰਮ ਹੈ। ਕਹਿੰਦੇ ਜਿੰਨਾ ਚਿਰ ਦੂਜਾ ਭਰਮ ਸੀ ਨਾ, ਉਹਨਾਂ ਚਿਰ ਤਿਚਰ ਮੈਂ ਜਾਣਿਆ ਪ੍ਰਭ ਦੂਰੇ। ਮੈਂ ਸਮਝਦਾ ਸੀ ਜਾਂ ਸਮਝਦੀ ਸੀ ਜੀਵ ਆਤਮਾ ਵੀ ਪਰਮਾਤਮਾ ਬਹੁਤ ਦੂਰ ਹੋਣਾ, ਕਿਤੇ ਬਹੁਤ ਦੂਰ, ਕਿਤੇ ਸੱਤਵੇਂ ਅਸਮਾਨ 'ਤੇ ਰਹਿੰਦਾ ਹੋਵੇਗਾ, ਪਤਾ ਨਹੀਂ ਕਦੋਂ ਮਿਲਾਂਗੇ। ਕਹਿੰਦੇ ਜਾਂ ਮਿਲਿਆ ਪੂਰਾ ਸਤਿਗੁਰੂ ਅਮਾਲੀ, ਤਾਂ ਆਸਾ ਮਨਸਾ ਸਭ ਪੂਰੇ।
ਜਦੋਂ ਪੂਰੇ ਸਤਿਗੁਰੂ ਜੀ ਮਿਲ ਗਏ, ਹੇ ਮੇਰੀ ਅੰਮਾ, ਤਾਂ ਆਸਾ ਮਨਸਾ ਸਭ ਪੂਰੀਆਂ ਹੋ ਗਈਆਂ। ਸਾਰੇ ਕੰਮ ਬਣ ਗਏ, ਅੰਦਰ ਹੀ ਪ੍ਰਕਾਸ਼ ਹੋ ਗਿਆ। ਜਿਸ ਨੂੰ ਬਾਹਰ ਖੋਜਦੇ ਸੀਗੇ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਅਨਭਉ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨਾ ਕਤਹੂੰ ਜਾਇਆ ਥਾ। ਮਾਣਕ ਪਾਇਓ ਰੇ ਪਾਇਓ, ਹਰ ਪੂਰਾ ਪਾਇਆ ਥਾ। ਮੋਲ ਅਮੋਲ ਨਾ ਪਾਇਆ ਜਾਈ, ਕਰ ਕਿਰਪਾ ਗੁਰੂ ਦਿਵਾਇਆ ਥਾ। ਤਿਚਰ ਦੂਜਾ ਭਰਮ ਸਾ, ਜਿੰਨਾ ਭਰਮ ਸੀ ਉਹਨਾਂ ਚਿਰ ਤਿਚਰ ਮੈਂ ਜਾਣਿਆ ਪ੍ਰਭ ਦੂਰੇ। ਜਾਂ ਮਿਲਿਆ ਪੂਰਾ ਸਤਿਗੁਰੂ ਅਮਾਲੀ, ਤਾਂ ਆਸਾ ਮਨਸਾ ਸਭ ਪੂਰੇ। ਆਸਾ ਮਨਸਾ ਸਭ ਪੂਰੀ ਹੋ ਗਈ। ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ, ਫਿਰ ਸਰਬ ਰਹਿਆ ਭਰਪੂਰੇ। ਮੈਂ ਸਾਰੇ ਸੁੱਖਾਂ ਦਾ ਜਿਹੜਾ ਮੂਲ ਸੁੱਖ ਹੈ, ਜੋ ਸੁੱਖਾਂ ਦਾ ਬੀਜ ਰੂਪ ਆਤਮਾ ਹੈ, ਉਹ ਪ੍ਰਾਪਤ ਕਰ ਲਿਆ। ਕਿਉਂਕਿ ਸਾਰੇ ਸੁੱਖਾਂ ਦੀ ਅਨੁਭੂਤੀ ਆਤਮਾ ਕਰਕੇ ਹੋ ਰਹੀ ਹੈ। ਜੜ ਪਦਾਰਥ ਨੂੰ ਤੁਸੀਂ ਕਦੀ ਮੁਰਦੇ ਨੂੰ ਸੁੱਖ ਦਿਓ, ਕੋਈ ਉਹਨੂੰ ਅਨੁਭਵ ਹੁੰਦਾ? ਮੁਰਦੇ ਨੂੰ ਤੁਸੀਂ ਚੰਦਨ ਲਾ ਦਿਓ ਤਾਂ ਉਹਨੂੰ ਦੀ ਸੁਗੰਧੀ ਨਹੀਂ ਆਉਂਦੀ, ਬਿਸ਼ਟਾ 'ਚ ਸੁੱਟ ਦਿਓ ਉਹਨੂੰ ਦੁਰਗੰਧੀ ਨਹੀਂ ਆਉਂਦੀ। ਸੁੱਖ ਦੁੱਖ ਦਾ ਅਨੁਭਵ ਤੇ ਆਤਮ ਸੱਤਾ ਦੇ ਨਾਲ ਆਤਮਾ ਦਾ ਜਿਹੜਾ ਰਿਫਲੈਕਸ਼ਨ ਚਿਦਾਭਾਸ ਵਿੱਚ ਪੈਂਦਾ ਉਹਨੂੰ ਹੁੰਦਾ, ਆਤਮਾ ਨੂੰ ਵੀ ਨਹੀਂ ਹੁੰਦਾ। ਕਿਉਂਕਿ ਆਤਮਾ ਨੂੰ ਜੇ ਆਪਾਂ ਕਹੀਏ ਦੁੱਖ ਸੁੱਖ ਦਾ ਲੇਪ ਲੱਗਦਾ ਤਾਂ ਫਿਰ ਤਾਂ ਲਿਪਾਏਮਾਨ ਹੋ ਗਈ, ਲਿਪਾਏਮਾਨ ਨਹੀਂ ਹੈ। ਸੁੱਖ ਦੁੱਖ ਦਾ ਲਿਪਾਏਮਾਨ ਜਿਹੜਾ ਹੈ ਉਹ ਅੰਤःਕਰਨ ਹੈ, ਮਨ ਬੁੱਧ ਚਿੱਤ ਹੰਕਾਰ ਹੈ। ਪਰ ਉਹ ਜੜ ਹੈ, ਆਪਣੇ ਆਪ ਕੁਝ ਕਰ ਨਹੀਂ ਸਕਦਾ। ਜਦੋਂ ਉਹਦੇ ਵਿੱਚ ਅਕਾਲ ਪੁਰਖ ਦੀ ਜੋਤ ਦਾ ਰਿਫਲੈਕਸ਼ਨ ਪੈਂਦਾ ਹੈ ਤਾਂ ਉਹ ਫਿਰ ਸੁੱਖ ਨੂੰ ਅਨੁਭਵ ਕਰਦਾ, ਬਾਹਰ ਦੇ ਨੂੰ, ਜਿੰਨੇ ਵੀ ਪਦਾਰਥਾਂ ਦੇ ਸੁੱਖ ਹਨ। ਸਾਨੂੰ ਗੁਰੂ ਨੇ ਇਹ ਦੱਸਤਾ ਵੀ ਜਿਹੜਾ ਸੁੱਖਾਂ ਦਾ ਮੂਲ ਹੈ ਉਹ ਤਾਂ ਤੂੰ ਆਪ ਹੀ ਹੈ। ਆਪਣੇ ਆਪ ਨੂੰ ਖੋਜ, ਜਾਂ ਕੋ ਕਬੀਰ ਜਾਂ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ, ਜਾਂ ਕੋ ਕਹਿਤਾ ਔਰ। ਮੈਂ ਸਰਬ ਸੁੱਖਾਂ ਸੁਖ ਪਾਇਆ ਅਮਾਲੀ, ਫਿਰ ਸਰਬ ਰਿਆ ਭਰਪੂਰੇ। ਹੁਣ ਪ੍ਰਤੀ ਪਰਮਾਤਮਾ ਸਰਬੱਤਰ ਵਿਆਪਕ ਭਰਪੂਰ ਘਟ ਘਟ ਵਿੱਚ ਵਰਤ ਰਿਹਾ ਨਜ਼ਰ ਆ ਗਿਆ। ਜਨ ਨਾਨਕ ਹਰ ਰੰਗ ਮਾਣਿਆ ਅਮਾਲੀ, ਗੁਰ ਸਤਿਗੁਰ ਕਹਿ ਲਗ ਪੈਰੇ। ਜਨ ਨਾਨਕ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਫਰਮਾਨ ਕਰਦੇ, ਹਰ ਰੰਗ ਮਾਣਿਆ ਮਾਲੀ। ਜੇ ਸਖੀ ਹੈ ਅੰਮਾ, ਮੈਂ ਹਰੀ ਦਾ ਰੰਗ ਮਾਣਿਆ ਹੈ। ਗੁਰ ਸਤਿਗੁਰ ਕੇ ਲਗ ਪੈਰੇ। ਗੁਰੂ ਸਤਿਗੁਰਾਂ ਦੇ, ਮਹਾਰਾਜ ਦੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਉਸ ਆਨੰਦ ਦੀ ਪ੍ਰਾਪਤੀ, ਉਸ ਪਰਮਾਨੰਦ ਦੀ ਪ੍ਰਾਪਤੀ, ਉਸ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ। ਸੋ ਇਤਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦ ਉਥਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਰਫ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ,
ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਅਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾ ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ